जय गुरुदेव जी। सत श्री अकाल जी। सलाम नमस्ते। सवेरे एक मैं अपना विचार रखिया सी ਜਿਹਦੇ ਵਿੱਚ ਕਿਹਾ ਸੀ ਕਿ ਪੜ੍ਹੇ ਲਿਖੇ ਲੋਕ ਮਾਨਸਿਕ ਗੁਲਾਮ ਹੋਣ ਦੇ ਤੇ ਮੈਂ ਗੱਲ ਕੀਤੀ ਸੀ ਕਿ ਗੁਲਾਮ ਹੋਣ ਤੇ ਉੱਥੇ ਵਿਚਾਰਧਾਰਾ ਕੀ ਕਰੂਗੀ। ਕਈਆਂ ਨੇ ਉਸ ਗੱਲ ਨੂੰ ਹਾਸੋਆਣੀ ਲਿਆ, ਕਈਆਂ ਨੂੰ ਤਾਂ ਇਸੇ ਗੱਲ ਦਾ ਪਤਾ ਹੀ ਨਹੀਂ ਕਿ ਇੱਕ ਮਾਨਸਿਕ ਗੁਲਾਮ ਜਿਹੜਾ ਆ ਗੁਲਾਮ ਆ ਬੰਦਾ ਜਿਹਦੀ ਆਰਥਿਕ ਤੌਰ ਜਿੱਦਾਂ ਮਾਨਸਿਕ ਜਿਹਦੀ ਦਿਮਾਗ ਕਮਜ਼ੋਰ ਆ। ਅੱਜ ਸਾਡਾ ਪੜ੍ਹਿਆ ਲਿਖਿਆ ਸਮਾਜ ਤੇ ਤਰੱਕੀਆਂ ਵੀ ਕੀਤੀਆਂ ਉਹਨੇ ਤੇ ਸਾਨੂੰ 6000 ਸਾਲ ਹੋ ਗਏ ਆ ਆਪਣੇ ਰਾਜ ਕਾਇਮ ਕਰਨ ਲਈ ਅਸੀਂ ਜਦੋਜਹਿਦ ਕਰਦੇ ਆ, ਪਰ ਕਿੱਥੇ ਅਸੀਂ ਆਪਣੀ ਕਮਜ਼ੋਰੀ ਨਹੀਂ ਦੇਖਦੇ ਵੀ ਕਿੱਥੇ ਸਾਡੇ ਵਿੱਚ ਕਮਜ਼ੋਰੀਆਂ ਆ। ਪਰ ਅੱਜ ਪੜ੍ਹੇ ਲਿਖੇ ਜਿੰਨੇ ਵੀ ਨੌਜਵਾਨ ਆ, ਜਿੰਨੇ ਵੀ ਆ, ਪਹਿਲਾਂ ਸ਼ੁਰੂ ਤੋਂ ਲਾ ਲਈਏ, ਜੇ 6000 ਤੋਂ ਗੱਲ ਸ਼ੁਰੂ ਕਰ ਲਈਏ ਤਾਂ ਉਹਨਾਂ ਨੇ ਅੱਜ ਤੱਕ ਉਹ ਮੁਕਾਮ ਕਾਇਮ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ। ਹੁਣ ਮੰਨ ਲਓ ਜੇ ਅਸੀਂ ਬਾਬਾ ਸਾਹਿਬ ਜੀ ਦੀ ਗੱਲ ਕਰਦੇ ਹਾਂ, ਬਾਬਾ ਸਾਹਿਬ ਜੀ ਨੇ ਸੰਵਿਧਾਨ ਵਿੱਚ ਸਾਨੂੰ ਹੱਕ ਲਿਖ ਕੇ ਦੇ ਦਿੱਤੇ, ਠੀਕ ਹੈ, ਹੱਕ ਲਿਖ ਕੇ ਦਿੱਤੇ ਆ। ਉਹਨੇ ਸਾਨੂੰ ਸੰਵਿਧਾਨਕ ਅਧਿਕਾਰ ਵੀ ਦਿੱਤਾ ਲਿਖ ਕੇ ਕਿ ਤੁਸੀਂ ਰਾਜਨੀਤੀ ਵਿੱਚ ਵੀ ਆ ਸਕਦੇ ਆ। ਪਰ ਕਮਜ਼ੋਰੀ ਸਾਡੇ ਵਿੱਚ, ਬਾਬਾ ਸਾਹਿਬ ਜੀ ਨੇ ਪਾਰਟੀ ਵੀ ਬਣਾਈ ਪਰ ਉਹਦੇ ਖਿਲਾਫ ਹੀ ਕੋਈ ਖੜਾ ਆਪਣਾ ਹੀ ਬੰਦਾ ਖੜਾ ਕਰ ਦਿੱਤਾ ਕਾਂਗਰਸੀਆਂ ਨੇ। ਪਰ ਉਹ ਆ ਕੇ ਬਾਬਾ ਸਾਹਿਬ ਜੀ ਨੂੰ ਕਹਿੰਦੇ ਕਿ ਤੁਹਾਡੀ ਬਦੌਲਤ ਜੇ ਤੁਸੀਂ ਹੱਕ ਨਾ ਲਿਖਦੇ ਅੱਜ ਮੈਂ ਇਹ ਹੱਕ ਨਾ ਮੰਨਦਾ ਕਿ ਮੇਰੀ ਜਿੱਤ ਨਾ ਹੁੰਦੀ, ਤੁਹਾਡੇ ਕਰਕੇ ਹੀ ਮੇਰੀ ਜਿੱਤ ਹੋਈ ਆ। ਪਰ ਜੇ ਉਹ ਗੱਲ ਸੋਚਦਾ ਤੇ ਬਾਬਾ ਸਾਹਿਬ ਜੀ ਨੇ ਹੱਸ ਕੇ ਇਹ ਗੱਲ ਕਹੀ ਕਿ ਜੇ ਤੂੰ ਜਿੱਤ ਗਿਆ, ਜੇ ਹੋਰ ਪਾਰਟੀ ਵਿੱਚ ਆਪਣੇ ਸਮਾਜ ਬਾਰੇ ਸੋਚੀ। ਪਰ ਉਹਨੇ ਗੱਲ ਨਹੀਂ ਮੰਨੀ, ਕਹਿੰਦਾ ਜੋ ਹੁਕਮ ਪਾਰਟੀ ਦਾ ਹੋਊਗਾ ਉਹੀ ਮੈਂ ਕਰੂੰਗਾ। ਪਰ ਇੱਥੇ ਇਹੀ ਤਾਂ ਇੱਕ ਮਾਨਸਿਕ ਗੁਲਾਮੀ ਆ ਜਿਹੜੀ ਅਸੀਂ ਦੂਸਰਿਆਂ ਦੀ ਆਪਣੇ ਤੇ ਨਿਰਭਰ ਛੇਤੀ ਕਰ ਲੈਂਦੇ ਆ। ਹਲੇ ਤੱਕ ਤਾਂ ਆਪਣੇ ਲੋਕਾਂ ਨੂੰ ਇਹੀ ਨਹੀਂ ਪਤਾ ਲੱਗਦਾ ਕਿ ਜਿਹੜੀ ਮਾਨਸਿਕ ਗੁਲਾਮੀ ਕੀ ਹੁੰਦੀ ਆ। ਜੇ ਆਪਾਂ ਵਿਚਾਰਧਾਰਾ ਆਪਾਂ ਸਾਡੇ ਗੁਰੂਆਂ ਦੀ ਲਾ ਲਈਏ, ਨਾਮਦੇਵ ਤੋਂ ਕਬੀਰ ਮਹਾਰਾਜ ਜੀ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਜਿੰਨੇ ਵੀ ਮਹਾਂਪੁਰਸ਼ ਆਏ ਆ ਉਹਨੀ ਵਿਚਾਰਧਾਰਾ ਆਪਣੀ ਕਾਇਮ ਹੀ ਕੀਤੀ ਆ। ਸਾਨੂੰ ਸਮਝਾਉਣ ਵਾਸਤੇ ਲੜੇ ਆ, ਮਨੂਵਾਦ ਨਾਲ ਲੜੇ ਆ, ਉਹਨੇ ਡਟ ਕੇ ਮੁਕਾਬਲਾ ਕੀਤਾ, ਵਿਚਾਰਧਾਰਾ ਨਾਲ ਕੀਤਾ ਵੀ ਸਾਡੇ ਸਮਾਜ ਦੇ ਲੋਕੀ ਅਗਾਂਹ ਵੱਧ ਸਕਣ। ਪਰ ਕਿੱਥੇ ਅਸੀਂ ਉਸ ਵਿਚਾਰਧਾਰਾ ਨੂੰ ਅਪਣਾਇਆ? ਨਹੀਂ ਅਪਣਾਇਆ। ਜੇ ਅਸੀਂ ਅੱਜ ਉਹ ਵਿਚਾਰਧਾਰਾ ਨੂੰ ਅਪਣਾਉਂਦੇ ਤਾਂ ਸਾਡੇ ਹਾਲਾਤ ਨਾ ਹੁੰਦੇ ਅੱਜ ਤੱਕ। ਸਾਡੇ ਆਪਸੀ ਵਿਚਾਰ ਨਹੀਂ ਇੱਕ ਹੈਗੇ, ਸਾਡੀ ਆਪਸੀ ਵਿਚਾਰਧਾਰਾ ਨਹੀਂ ਇੱਕ, ਸਾਡਾ ਇੱਕ ਪਲੇਟਫਾਰਮ ਨਹੀਂ ਹੈਗਾ। ਫਿਰ ਹੱਸ ਕੇ ਗੱਲਾਂ ਕਰਦੇ ਆ। ਤੁਸੀਂ ਜੇ ਕੋਈ ਇੱਕ ਗੱਲ ਲਿਖਦਾ ਹੈ ਨਾ, ਉਹਨੂੰ ਸੋਚੋ ਵੀ ਉਹ ਗੱਲ ਕਿੱਥੇ ਜਾ ਕੇ ਵੱਜਦੀ ਆ। ਪੜ੍ਹੇ ਲਿਖੇ ਮਾਨਸਿਕ ਗੁਲਾਮ ਹੋਣ ਦੇ ਬਾਵਜੂਦ ਉੱਥੇ ਵਿਚਾਰਧਾਰਾ ਕੀ ਕਰੂਗੀ? ਜੇ ਕਿਸੇ ਨੇ ਵਿਚਾਰਧਾਰਾ ਨੂੰ ਅਪਣਾਇਆ ਹੀ ਨਾ, ਜੇ ਵਿਚਾਰਧਾਰਾ ਨੂੰ ਕਿਸੇ ਨੇ ਅਪਣਾਇਆ ਨਾ ਤਾਂ ਅੱਗੇ ਕਿੱਦਾਂ ਤੁਰਾਂਗੇ? ਜਿਨ੍ਹਾਂ ਨੇ ਬਾਬਾ ਸਾਹਿਬ ਸੰਵਿਧਾਨ ਦੇ ਹੱਕ ਲਏ ਆ, ਜਿਹੜੇ ਹੱਕ ਮੰਨ ਰਹੇ ਆ, ਉਨੀ ਤਾਂ ਕੁਛ ਕਰਦੇ ਨਹੀਂ, ਤਾਂ ਅੱਗੇ ਸਮਾਜ ਕਿੱਦਾਂ ਵਧੂਗਾ? ਇਹ ਸੋਚਣ ਦੀਆਂ ਗੱਲਾਂ। ਪਰ ਅੱਜ ਮੈਂ ਸੋਚਦਾ ਆ ਮੈਂ ਕਿ ਅਸੀਂ ਕਿੰਨਾ ਚਿਰ ਪਿੱਛੇ ਰਹਾਂਗੇ, ਕਿਉਂ ਨਹੀਂ ਅੱਗੇ ਵਧਾਂਗੇ? ਅਸੀਂ ਕਿਉਂ ਨਹੀਂ ਵਿਚਾਰਧਾਰਾ ਅਪਣਾਈ ਜਿਹੜੇ ਸਾਡੇ ਗੁਰੂਆਂ ਨੇ ਸਾਨੂੰ ਦੱਸੀ ਆ, ਉਹਦੇ ਰਾਹ ਤੇ ਅਸੀਂ ਕਿਉਂ ਨਹੀਂ ਤੁਰੇ? ਜੇ ਬੇਗਮਪੁਰੇ ਦੀ ਗੱਲ ਕਰਦੇ, ਬੇਗਮਪੁਰੇ ਸਾਰੇ ਕਰਦੇ ਲੋਕੀ ਬੇਗਮਪੁਰੇ ਦੀ ਗੱਲ, ਬੇਗਮਪੁਰੇ ਦੇ ਵਿੱਚ ਕੌਣ ਕੌਣ ਆਉਂਦੇ? ਤੁਸੀਂ ਉਹਨਾਂ ਨੂੰ ਕਦੀ ਇਕੱਠੇ ਕੀਤਾ? ਕਦੀ ਸਮਝਾਇਆ? ਕਦੀ ਆਹ ਪਲੇਟਫਾਰਮ ਤੇ ਇਕੱਠੇ ਹੋਏ? ਨਹੀਂ, ਕੋਈ ਨਹੀਂ ਇਕੱਠਾ ਹੋਇਆ, ਕਿਉਂਕਿ ਕਿਸੇ ਦੀ ਵਿਚਾਰਧਾਰਾ ਇੱਕ ਨਹੀਂ ਹੈਗੀ। ਇਹੀ ਇੱਕ ਜੋ ਮਨੂਵਾਦ ਨੇ ਜਾਂ ਬ੍ਰਾਹਮਣਵਾਦ ਨੇ ਸਾਡੇ ਤੇ ਥੋਪਿਆ ਆ, ਉਹੀ ਸਾਡੇ ਤੇ ਚੱਲਦਾ ਆ ਰਿਹਾ ਆ, ਉਹੀ ਅਸੀਂ ਅਪਣਾ ਰਹੇ ਹਾਂ, ਉਹੀ ਅੱਗੇ ਲੈ ਕੇ ਜਾ ਰਹੇ ਹਾਂ।
कि साडे विच परिवर्तन कित्थों आया? कोई परिवर्तन नहीं साडे विच। की साडे विच तब्दील की होया? कुछ नहीं होया। जे उन्हें किसी ने भी उन्होंने चल उन्हें चीज़ों नहीं अपनाया, वो होर अपनी चीज़ों अपना लग पे, पर वो मनुवाद का रस्ता नहीं छड्डिया उन्हें। पे गुलाम के इनू कहते हैं मानसिक तौर पर गुलाम, तो उत्थे विचारधारा की करूगी? जे असी बेगमपुरे का राह चुनते हाँ तो वो सारे ही आते हैं। किसी ना कोई मत भेद नहीं, कोई वैद नहीं, कोई जात पात नहीं, ऊंच नीच नहीं, मत भेद नहीं, कुछ नहीं है। जे असी गुरु रविदास महाराज की विचारधारा लैके तुरना तो वो सारे ही आते हैं। पहली गल तो सानू सत्कार अपने महापुरुषों का कराना चाहिए, तो अपना सत्कार कराना चाहिए। जे असी किसी को सत्कार दे रहे हैं तो वो साडा जो सत्कार बनता उन्होंने भी सानू देना चाहिए है। पर नहीं, ये साडे लोकी ही साडे जिहड़े पढ़े लिखे लोकी आ वो सानू कमज़ोर कर रहे हैं, अगे वधन नहीं देंदे हैगे। जे कोई अगे वधदा उहदी लत्तां खिचदे आ। शुक्र करो ये परमात्मा ने जानी कि बाहरले देशों में आके लोगों ने तरक्कियां कीतियां। जे अज असी बाहर ना आंदे तां असी साडा हालात की इत्थे होने सी। असी तां फिर भी गुलाम दे गुलाम रहना सी। असी की करदे? साडे घर दे विच जे 4-5 जी आ तां एक बंदा काम करदा, उत्थे की कमाई करूगी? ते कौन पढ़दा ते कौन लिखदा? अज सोचण का विषय ये आ कि जे तुसी पढ़ गए आ तां तुसी अपने समाज नूं एक नवीं लीह ते लेके आवो, उन्होंने विचार दवो, वधिया विचार दवो। क्योंकि जे तुसी बेगमपुरे का रास्ता अपना रहे हैं जां अपनाउणा आ, तुसी उस रास्ते तुरे आ, पर सारे नाल लेके तुरो। पहली गल तो विचारधारा साडी उल्ट सारिਆਂ तो ਵੱਖ-ਵੱਖ है। असी मनुवाद नाल की लड़ना? असी अपने नाल लड़ी जाने आ। जेकर मनुवाद दी धज्जियां उड़ाणियां पहले सानू एक प्लेटफार्म ते इकट्ठे होना पैना। जो मनुवाद दे विच कमजोरियां उन्हें दसो ते अपने विच जो कमजोरियां उन्होंने घटावो, तां ही अपना समाज अगे तुरूगा ते तां ही अगे अगे असी वधांगे। मैं सवाल एक कीता, मैं कहा साडे जे जे पढ़े लिखे लोग मानसिक गुलाम होण तां उत्थे विचारधारा की करूगी? मैं सवाल ही किया, पर लोगों के किंतु परंतु होर ही गल्लां करन लग पे। उस गल नूं पकड़े फड़िया नहीं कि इहदे विच की दिशा आ, भी कित्थे नूं गल कही आ कि साडे विच कित्थे कमजोरियां, पर किसी ने अज तक वो सोचिया ही नहीं। पर यह सानू अज सोचना पैना आ, तां ही असीं अगे वधांगे। पर मैनू बोलना नहीं सी बीरों आंदा, पर मैं फिर भी कोशिश करदा कि साडी जो गल कीती हो किसी दे सिद्ध आ जाए जां किसी दे अमल हो जाए तो कुछ बन जाऊगा। अज पहला मेरे तो एक गल सुनो, सतगुरु रविदास महाराज नूं सारे ही मनदे आ। अज तक असी जो लोकी भगत कहंदे आ असी उन्हां दा सत्कार नहीं दवा सके। जिथे गुरु ग्रंथ साहिब विच लिखिया भगत भी लिखिया आ, पर जो गुरु मानियो ग्रंथ उहदे विच जदों गल लिखी ना सारे गुरु आ, असी सत्कार तो दवा नहीं सके। तो फिर साडी विचारधारा कित्थे आ? साडी असी अपना कित्थे विच साडा असी कित्थे आ? असी खड़े अज कित्थे? साडियां कमजोरियां जे सानू इन्ना टाइम ना लगदा 2000 सानू 6000 साल ना लगदे जे राज लियाउणा तां बस साडे आपसी विच ही लत्तां खिच्ची जांदे आ। विचारधारा नूं समझो, जो महापुरुषों ने सानू उपदेश दिता आ उन्हां दे राह ते चलीए। क्योंकि क्यों ना असी एक दूजे दियां लत्तां बाह खिच्ची जाने आ कि उन्हां नूं पिछे नूं खिच्चदे अगे जाण दी बजाय। असी अज कामयाब क्यों नहीं हैगे, जां साडी पार्टी जे BSP पार्टी क्यों नहीं कामयाब हो रही आ? क्योंकि साडे विचार जां जिहड़े बंदे BSP दे जां लीडर आ जां उन्हां दे पैरोकार आ उन्हां दे विच ही फोटां आ जां एक किंतु परंतु बहुत करदे आ, जिहड़े होर नाल दे लोकी ਉਹ टुट जांदे आ। इन्हां गल्लां ते सानू गौर करनी पैनी है, तां ही असीं अगां वधांगे। पर मैं तां सोचिया कि कित्थे ना अपने समाज नूं कुछ नवीं दिशा दईए, पर साडे कोल इन्ने लफ्ज नहीं हैगे जो असीं महापुरुषां जां कुछ देना दे सकीए।
ਪਰ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅਪਣਾ ਤਾਂ ਸਕਦੇ ਹੀ ਹਾਂ। ਜੇ ਬੇਗਮਪੁਰਾ ਵਸਾਉਣਾ ਆ ਤਾਂ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ। ਅੱਜ ਜਿਹੜੇ ਵੀ ਕੋਈ ਸਾਡੇ ਤੇ ਕਿੰਤੂ ਪਰੰਤੂ ਕਰਦੇ ਆ ਜਾਂ ਸਾਡੇ ਤੇ ਉਂਗਲ ਚੁੱਕਦੇ ਆ, ਗੁਰੂ ਰਵਿਦਾਸ ਮਹਾਰਾਜ ਦੇ ਕਦੀ ਸਰੂਪ ਤੇ ਉਂਗਲ, ਕਦੀ ਭਗਤ, ਕਦੀ ਕੁਛ, ਕਦੀ ਕੁਛ, ਕੀ ਗੱਲ ਸਾਡੇ ਵਿੱਚ ਹੀ ਸਾਰਿਆਂ ਨੂੰ ਕਮਜ਼ੋਰੀਆਂ ਨੇ ਨਜ਼ਰ ਆਉਂਦੀਆਂ? ਕਿਸੇ ਹੋਰ ਵਿੱਚ ਕਮਜ਼ੋਰੀਆਂ ਹੈ ਹੀ ਨਹੀਂ। ਪਰ ਸੋਚ ਕੇ ਸਾਡਾ ਦਿਮਾਗ ਖਰਾਬ ਹੋ ਜਾਂਦਾ। ਪਰ ਜਦੋਂ ਸਾਡੇ ਸੰਤ ਰਾਮਾਨੰਦ ਜੀ ਨੂੰ ਸ਼ਹੀਦ ਕੀਤਾ, ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਬਦਲ ਲਿਆ, ਇੱਕ ਤਬਦੀਲੀ ਲਿਆਂਦੀ ਆ। ਕਿਉਂ ਨਾ ਕਿ ਸੋਚ ਅਸੀਂ ਵੀ ਅਪਣਾਈਏ ਜੋ ਸਾਡੇ ਮਹਾਂਪੁਰਸ਼ਾਂ ਨੇ ਸਾਨੂੰ ਸ਼ਹੀਦੀ ਤੋਂ ਬਾਅਦ ਇਹ ਸਾਨੂੰ ਇਹ ਅੰਮ੍ਰਿਤ ਬਾਣੀ ਮਿਲੀ ਆ, ਪਰ ਅਸੀਂ ਫੇਰ ਨਹੀਂ ਸਤਿਕਾਰ ਕਰਦੇ। ਫੇਰ ਵੀ ਅਸੀਂ ਵੱਖਰੇ ਵੱਖਰੇ ਰਾਹ ਚੁਣੇ ਆ। ਹਾਂ ਮੰਨੋ ਸਾਰਿਆਂ ਨੂੰ, ਪਰ ਤੁਹਾਡੀ ਵਿਚਾਰਧਾਰਾ ਤਾਂ ਇੱਕ ਹੋਵੇ। ਕਿਉਂ ਤੁਸੀਂ ਆਪਣੇ ਸਮਾਜ ਨੂੰ ਭੰਡੀ ਜਾਂਦੇ ਆ? ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ। ਪਰ ਮੈਂ ਸੋਚਦਾ ਕਿ ਅੱਜ ਦਾ ਜਿਹੜਾ ਸਮਾਂ ਆ, ਅੱਜ ਦਾ ਸਮਾਂ ਆ, ਅੱਜ ਜੇ ਸਮਾਂ ਇਹ ਲੰਘ ਗਿਆ ਹੱਥੋਂ ਤਾਂ ਮੁੜ ਕੇ ਕਦੀ ਨਹੀਂ ਆਣਾ। ਗੁਲਾਮ ਵਾਲੀ ਜ਼ਿੰਦਗੀ ਤੁਸੀਂ ਸੋਚਿਆ ਵੀ ਆ ਤਾਂ ਸਮਝਦੇ ਵੀ ਆ ਸਾਡੇ ਨਾਲ ਕੀ ਵਿਤਕਰਾ, ਕੀ ਸਾਡੇ ਗਲਾਂ ਦੇ ਵਿੱਚ ਪਾਏ ਜਾਂਦੇ ਸੀ, ਛਾਪੇ ਬੰਨੇ ਜਾਂਦੇ ਸੀ। ਤੇ ਉਹੀ ਹਾਲਾਤ ਜੇ ਦੇਖਣਾ ਤੁਸੀਂ ਚਾਹੁੰਦੇ ਆ ਤਾਂ ਲੜ ਕੇ ਮਰਨ ਨਾਲੋਂ ਇੱਕ ਵਿਚਾਰਧਾਰਾ ਬਣਾਵੋ, ਆਪਣਾ ਰਾਜ ਲਿਆਵੋ, ਤਾਂ ਹੀ ਅਸੀਂ ਅੱਗੇ ਵਧਾਂਗੇ। ਜੈ ਗੁਰਦੇਵ, ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਜੀ।